ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਯਾਨੀ ਕਿ ਰਾਜਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀ ਇਹ ਕਲਾਸ 7ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। 7ਵੀਂ ਕਲਾਸ ਦੇ ਵਿੱਚ ਗਣਿਤ ਦਾ 6ਵਾਂ ਅਧਿਆਇ ਹੈ ਸਾਡੇ ਕੋਲ ਤ੍ਰਿਭੁਜ ਅਤੇ ਇਸ ਦੇ ਗੁਣ, ਟ੍ਰਾਇੰਗਲ ਐਂਡ ਇਟਸ ਪ੍ਰੋਪਰਟੀਜ਼। ਸੋ ਅੱਜ ਦੀ ਕਲਾਸ ਵਿੱਚ ਅਸੀਂ ਇਸੇ ਹੀ ਅਧਿਆਇ ਦੇ ਵਿੱਚੋਂ ਜਿਹੜੇ ਟੌਪਿਕ ਲਵਾਂਗੇ ਮੱਧਿਕਾ, ਤ੍ਰਿਭੁਜ ਦੀ ਮੱਧਿਕਾ ਅਤੇ ਤ੍ਰਿਭੁਜ ਦੇ ਸਿਖਰ ਲੰਬ, ਉਹਨਾਂ ਦੇ ਬਾਰੇ ਅਸੀਂ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਜਾਣਾਂਗੇ ਕਿ ਮੱਧਿਕਾ ਹੁੰਦੀ ਕੀ ਹੈ, ਕਿਸ ਰੇਖਾਖੰਡ ਨੂੰ ਮੱਧਿਕਾ ਕਿਹਾ ਜਾਂਦਾ ਹੈ, ਤ੍ਰਿਭੁਜ ਦੇ ਵਿੱਚ ਮੱਧਿਕਾਵਾਂ ਦੀ ਗਿਣਤੀ ਕਿੰਨੀ ਹੁੰਦੀ ਹੈ ਤੇ ਮੱਧਿਕਾ ਜਿਹੜੀ ਹੈ ਉਹ ਤ੍ਰਿਭੁਜ ਦੇ ਕਿਸ ਭਾਗ ਵਿੱਚ ਸਥਿਤ ਹੁੰਦੀ ਹੈ। ਇਸ ਤੋਂ ਬਾਅਦ ਸੇਮ ਚੀਜ਼ ਸਿਖਰ ਲੰਬ ਦੇ ਲਈ ਵੀ ਕਿ ਸਿਖਰ ਲੰਬ ਕਿਸ ਨੂੰ ਕਿਹਾ ਜਾਂਦਾ ਹੈ, ਸਿਖਰ ਲੰਬ ਤ੍ਰਿਭੁਜ ਦੇ ਕਿਸ ਭਾਗ ਵਿੱਚ ਸਥਿਤ ਹੁੰਦਾ ਹੈ, ਤ੍ਰਿਭੁਜ ਦੇ ਕਿੰਨੇ ਸਿਖਰ ਲੰਬ ਹੋ ਸਕਦੇ ਨੇ। ਸੋ ਵਿਦਿਆਰਥੀਓ, ਆਓ ਸ਼ੁਰੂ ਕਰਦੇ ਹਾਂ ਅੱਜ ਦਾ ਲੈਸਨ। ਸਭ ਤੋਂ ਪਹਿਲਾਂ ਤੁਸੀਂ ਛੋਟੀਆਂ ਕਲਾਸਿਸ ਦੇ ਵਿੱਚ ਇਹ ਦੇਖ ਚੁੱਕੇ ਹੋ ਕਿ ਤ੍ਰਿਭੁਜ 3 ਰੇਖਾਖੰਡਾਂ ਤੋਂ ਬਣੀ ਇੱਕ ਬੰਦ ਸਰਲ ਆਕ੍ਰਿਤੀ ਹੁੰਦੀ ਹੈ। ਇਸ ਦੇ 3 ਸਿਖਰ, 3 ਭੁਜਾਵਾਂ ਅਤੇ 3 ਕੋਣ ਹੁੰਦੇ ਹਨ। ਠੀਕ ਹੈ ਵਿਦਿਆਰਥੀਓ, ਇਹ ਚੀਜ਼ ਆਪਾਂ ਪਹਿਲਾਂ ਛੋਟੀਆਂ ਕਲਾਸਿਸ ਦੇ ਵਿੱਚ ਪੜ੍ਹ ਚੁੱਕੇ ਹਾਂ। ਆਓ ਸਭ ਤੋਂ ਪਹਿਲਾਂ ਅਸੀਂ ਇੱਕ ਤ੍ਰਿਭੁਜ ਜਿਹੜੀ ਉਹ ਬਣਾ ਲੈਂਦੇ ਹਾਂ। ਠੀਕ ਹੈ, ਤੋ ਇਹ ਸਾਡੇ ਕੋਲ ਇੱਕ ਤ੍ਰਿਭੁਜ ਹੈ, ਇਹਦਾ ਨਾਮ ਅਸੀਂ ਰੱਖ ਲੈਂਦੇ ਹਾਂ A, B ਤੇ C। ਠੀਕ ਹੈ, ਤੋ ਤ੍ਰਿਭੁਜ ਦੇ ਵਿੱਚ ਸਾਡੇ ਕੋਲ 3 ਸਿਖਰ ਹੁੰਦੇ ਨੇ, 3 ਭੁਜਾਵਾਂ ਹੁੰਦੀਆਂ ਨੇ ਤੇ 3 ਕੋਣ ਹੁੰਦੇ ਨੇ। ਠੀਕ ਹੈ, A, B ਤੇ C ਜਿੱਥੇ ਦੋ ਰੇਖਾਖੰਡ ਆਪਸ ਦੇ ਵਿੱਚ ਮਿਲਦੇ ਨੇ ਜਿਨ੍ਹਾਂ ਬਿੰਦੂਆਂ ਤੇ, ਉਹਨਾਂ ਨੂੰ ਅਸੀਂ ਤ੍ਰਿਭੁਜ ਦਾ ਸਿਖਰ ਕਹਿੰਦੇ ਹਾਂ। ਜਿਵੇਂ ਇਸ ਤ੍ਰਿਭੁਜ ਦੇ ਜਿਹੜੇ ਸਿਖਰ ਨੇ, ਅਗਰ ਉਹ ਅਸੀਂ ਲਿਖ ਲਈਏ ਤਾਂ ਤੋ ਸਿਖਰ ਜਿਹੜੇ ਇਹਦੇ ਵਿੱਚ ਸਾਡੇ ਕੋਲ ਬਣਨਗੇ A, B ਤੇ C। ਠੀਕ ਹੈ, ਇਸੇ ਢੰਗ ਦੇ ਨਾਲ ਜੇਕਰ ਅਸੀਂ ਤ੍ਰਿਭੁਜ ਦੀਆਂ ਭੁਜਾਵਾਂ ਲਿਖਦੇ ਹਾਂ ਤਾਂ ਇਸ ਤ੍ਰਿਭੁਜ ਦੀਆਂ ਜਿਹੜੀਆਂ ਭੁਜਾਵਾਂ ਨੇ ਸਾਡੇ ਕੋਲ ਉਹ ਵੀ 3 ਹੁੰਦੀਆਂ ਨੇ। ਠੀਕ ਹੈ, ਪਹਿਲੀ ਭੁਜਾ ਸਾਡੇ ਕੋਲ AB, ਠੀਕ ਹੈ, ਇਹ ਜਿਹੜਾ ਰੇਖਾਖੰਡ ਹੈ, ਔਰ ਦੂਜੀ ਭੁਜਾ ਸਾਡੇ ਕੋਲ ਇਸ ਤ੍ਰਿਭੁਜ ਦੀ BC ਹੋ ਜਾਏਗੀ ਅਤੇ ਤੀਜੀ ਜਿਹੜੀ ਭੁਜਾ ਹੈ ਸਾਡੇ ਕੋਲ ਉਹ CA ਹੋ ਜਾਏਗੀ। ਇਹਨੂੰ ਅਸੀਂ CA ਜਾਂ AC ਲਿਖ ਸਕਦੇ ਹਾਂ। ਠੀਕ ਹੈ, ਇਸ ਤੋਂ ਬਾਅਦ ਸਾਡੇ ਕੋਲ ਤ੍ਰਿਭੁਜ ਦੇ ਵਿੱਚ 3 ਹੀ ਜਿਹੜੇ ਕੋਣ ਹੁੰਦੇ ਨੇ। ਠੀਕ ਹੈ, ਤੋ ਕੋਣ ਸਾਡੇ ਕੋਲ ਸਭ ਤੋਂ ਪਹਿਲਾਂ ਜਿਹੜਾ ਕੋਣ A ਹੈ, ਠੀਕ ਹੈ, ਦੂਸਰਾ ਸਾਡੇ ਕੋਲ ਕੋਣ B ਹੈ ਔਰ ਤੀਸਰਾ ਸਾਡੇ ਕੋਲ ਕੋਣ C ਹੈ। ਠੀਕ ਹੈ, ਤੋ ਇਸ ਤਰ੍ਹਾਂ ਸਾਡੇ ਕੋਲ ਤ੍ਰਿਭੁਜ ਦੇ ਵਿੱਚ 3 ਸਿਖਰ A, B, C, 3 ਹੀ ਭੁਜਾਵਾਂ AB, BC ਤੇ CA ਤੇ 3 ਹੀ ਕੋਣ ਹੁੰਦੇ ਨੇ, ਕੋਣ A, ਕੋਣ B ਤੇ ਕੋਣ C। ਠੀਕ ਹੈ, ਇਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਕਿ ਤ੍ਰਿਭੁਜ ਸਿਖਰ A ਦੇ ਸਨਮੁਖ ਸਾਡੇ ਕੋਲ ਕਿਹੜੀ ਭੁਜਾ ਹੈ, ਤਾਂ ਸਿਖਰ A ਦੇ ਸਨਮੁਖ ਸਾਡੇ ਕੋਲ ਜਿਹੜੀ ਤ੍ਰਿਭੁਜ ਦੀ BC ਭੁਜਾ ਹੈ। ਇਸੇ ਢੰਗ ਦੇ ਨਾਲ ਸਿਖਰ B ਜਾਂ ਕੋਣ B ਦੇ ਸਨਮੁਖ ਜਿਹੜੀ ਭੁਜਾ ਹੈ ਉਹ ਸਾਡੇ ਕੋਲ CA ਭੁਜਾ ਹੈ ਤੇ ਕੋਣ C ਦੇ ਸਨਮੁਖ ਜਾਂ ਸਿਖਰ C ਦੇ ਸਨਮੁਖ ਜਿਹੜੀ ਭੁਜਾ ਹੈ ਸਾਡੇ ਕੋਲ ਉਹ AB ਭੁਜਾ ਹੈ। ਤ੍ਰਿਭੁਜਾਂ ਨੂੰ ਭੁਜਾਵਾਂ ਅਤੇ ਕੋਣਾਂ ਦੇ ਆਧਾਰ ਦੇ ਉੱਤੇ ਵਰਗੀਕ੍ਰਿਤ ਕੀਤਾ ਜਾਂਦਾ ਹੈ। ਕੋਣਾਂ ਦੇ ਆਧਾਰ ਤੇ ਆਪਾਂ ਦੇਖਦੇ ਹਾਂ ਕਿ ਤ੍ਰਿਭੁਜਾਂ ਨੂੰ ਕੀ ਨਾਮ ਦਿੱਤੇ ਜਾਂਦੇ ਨੇ ਤੇ ਭੁਜਾਵਾਂ ਦੇ ਆਧਾਰ ਤੇ ਕੀ ਨਾਮ ਦਿੱਤੇ ਜਾਂਦੇ ਨੇ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਅਸੀਂ ਲਿਖਦੇ ਹਾਂ ਭੁਜਾਵਾਂ ਦੇ ਆਧਾਰ ਤੇ। ਇਸ ਤੋਂ ਬਾਅਦ ਅਸੀਂ ਲਿਖਾਂਗੇ ਕੋਣਾਂ ਦੇ ਆਧਾਰ ਤੇ। ਜੇਕਰ ਕਿਸੇ ਤ੍ਰਿਭੁਜ ਦੀਆਂ ਤਿੰਨੋਂ ਹੀ ਭੁਜਾਵਾਂ ਦਾ ਮਾਪ ਅਲੱਗ-ਅਲੱਗ ਹੈ, ਡਿਫਰੈਂਟ ਹੈ, ਤਿੰਨੋਂ ਹੀ ਭੁਜਾਵਾਂ ਦੇ ਵਿੱਚੋਂ ਕੋਈ ਵੀ 2 ਭੁਜਾਵਾਂ ਵੀ ਆਪਸ ਦੇ ਵਿੱਚ ਸਮਾਨ ਨਹੀਂ ਨੇ, ਤਾਂ ਉਸ ਤ੍ਰਿਭੁਜ ਨੂੰ ਅਸੀਂ ਵਿਖਮਭੁਜੀ ਤ੍ਰਿਭੁਜ ਕਹਿੰਦੇ ਹਾਂ। ਠੀਕ ਹੈ, ਇਸੇ ਢੰਗ ਦੇ ਨਾਲ ਜੇਕਰ ਸਾਡੇ ਕੋਲ ਕਿਸੇ ਤ੍ਰਿਭੁਜ ਦੇ ਵਿੱਚ 2 ਭੁਜਾਵਾਂ ਉਹਦੀਆਂ ਸਮਾਨ ਹੋ ਜਾਂਦੀਆਂ ਨੇ, ਉਹ ਚਾਹੇ ਜਿਹੜੀਆਂ ਵੀ 2 ਭੁਜਾਵਾਂ ਹੋਣ, ਚਾਹੇ AB ਤੇ BC ਜਾਂ BC ਤੇ CA ਜਾਂ CA ਤੇ AB, ਕੋਈ ਵੀ 2 ਭੁਜਾਵਾਂ ਅਗਰ ਉਹਨਾਂ ਦੀ ਲੰਬਾਈ ਸਮਾਨ ਹੋ ਜਾਂਦੀ ਹੈ ਤਾਂ ਉਸ ਤ੍ਰਿਭੁਜ ਨੂੰ ਅਸੀਂ ਸਮਦੋਭੁਜੀ ਤ੍ਰਿਭੁਜ ਕਹਿੰਦੇ ਹਾਂ। ਇਸੇ ਢੰਗ ਦੇ ਨਾਲ ਜੇਕਰ ਸਾਡੇ ਕੋਲ ਕਿਸੇ ਤ੍ਰਿਭੁਜ ਦੀਆਂ ਤਿੰਨੋਂ ਹੀ ਭੁਜਾਵਾਂ ਸਮਾਨ ਹੋ ਜਾਂਦੀਆਂ ਨੇ, ਤਿੰਨੋਂ ਭੁਜਾਵਾਂ ਦੀ ਲੰਬਾਈ ਸਮਾਨ ਹੋ ਜਾਂਦੀ ਹੈ, ਤਾਂ ਉਸ ਤ੍ਰਿਭੁਜ ਨੂੰ ਅਸੀਂ ਸਮਭੁਜੀ ਤ੍ਰਿਭੁਜ ਕਹਿੰਦੇ ਹਾਂ।
ਠੀਕ ਹੈ। ਤੋ ਇਸੇ ਢੰਗ ਦੇ ਨਾਲ ਵਿਦਿਆਰਥੀਓ ਜੇਕਰ ਸਾਡੇ ਕੋਲ ਕੋਣਾਂ ਦੇ ਆਧਾਰ ਤੇ ਗੱਲ ਕੀਤੀ ਜਾਵੇ, ਜੇਕਰ ਤ੍ਰਿਭੁਜ ਦੇ ਸਾਡੇ ਕੋਲ ਤਿੰਨੋਂ ਕੋਣ ਜਿਹੜੇ 90 ਡਿਗਰੀ ਤੋਂ ਛੋਟੇ ਨੇ, ਤਿੰਨੋਂ ਕੋਣ ਨਿਊਨ ਕੋਣ ਨੇ, ਤਾਂ ਉਸ ਤ੍ਰਿਭੁਜ ਨੂੰ ਨਿਊਨ ਕੋਣੀ ਤ੍ਰਿਭੁਜ ਕਿਹਾ ਜਾਂਦਾ ਹੈ। ਨਿਊਨ ਕੋਣੀ ਤ੍ਰਿਭੁਜ, ਠੀਕ ਹੈ। ਔਰ ਜੇਕਰ ਉਸ ਤ੍ਰਿਭੁਜ ਦਾ ਇੱਕ ਕੋਣ ਜਿਹੜਾ 90 ਡਿਗਰੀ ਦਾ ਹੋ ਜਾਏ ਫਿਰ ਉਹਨੂੰ ਸਮਕੋਣੀ ਤ੍ਰਿਭੁਜ ਕਿਹਾ ਜਾਂਦਾ ਹੈ। ਜੇਕਰ ਕਿਸੇ ਤ੍ਰਿਭੁਜ ਦਾ ਇੱਕ ਕੋਣ 90 ਡਿਗਰੀ ਤੋਂ ਵੱਡਾ ਹੋ ਜਾਏ ਉਹਨੂੰ ਅਸੀਂ ਅਧਿਕ ਕੋਣੀ ਤ੍ਰਿਭੁਜ ਕਹਿੰਦੇ ਹਾਂ। ਠੀਕ ਹੈ। ਆਓ ਭੁਜਾਵਾਂ ਤੇ ਕੋਣਾਂ ਦੇ ਆਧਾਰ ਤੇ ਕੁਝ ਤ੍ਰਿਭੁਜਾਂ ਨੂੰ ਅਸੀਂ ਵਰਗੀਕ੍ਰਿਤ ਕਰਦੇ ਹਾਂ। ਸਕਰੀਨ ਤੇ ਤੁਸੀਂ ਦੇਖ ਰਹੇ ਹੋ ਚਿੱਤਰ ਸਾਡੇ ਕੋਲ ਦਿੱਤੇ ਹੋਏ ਨੇ ਹੇਠਾਂ, ਠੀਕ ਹੈ। ਤੋ ਸਵਾਲ ਸਾਡੇ ਕੋਲ ਹੈ ਕਿ ਇਹਨਾਂ ਚਿੱਤਰਾਂ ਨੂੰ ਦੇਖੋ ਅਤੇ ਤ੍ਰਿਭੁਜਾਂ ਵਿੱਚੋਂ ਹਰ ਇੱਕ ਦਾ ਵਰਗੀਕਰਨ ਕਰੋ। ਠੀਕ ਹੈ, ਭੁਜਾਵਾਂ ਦੇ ਆਧਾਰ ਤੇ ਅਤੇ ਕੋਣਾਂ ਦੇ ਆਧਾਰ ਤੇ ਹਰ ਤ੍ਰਿਭੁਜ ਦਾ ਅਸੀਂ ਵਰਗੀਕਰਨ ਕਰਨਾ ਹੈ, ਦੱਸਣਾ ਕਿ ਕਿਹੜੀ ਤ੍ਰਿਭੁਜ ਇਹਦਾ ਕੀ ਨਾਮ ਅਸੀਂ ਲਿਖ ਸਕਦੇ ਹਾਂ। ਠੀਕ ਹੈ, ਤੋ ਸਭ ਤੋਂ ਪਹਿਲਾਂ ਭੁਜਾਵਾਂ ਦੇ ਆਧਾਰ ਤੇ ਅਸੀਂ ਦੇਖਦੇ ਹਾਂ, ਫਿਰ ਉਸ ਤੋਂ ਬਾਅਦ ਕੋਣਾਂ ਦੇ ਆਧਾਰ ਤੇ ਇਸ ਦਾ ਨਾਮ ਲਿਖਾਂਗੇ। ਠੀਕ ਹੈ, ਤੋ ਭੁਜਾਵਾਂ ਦੇ ਆਧਾਰ ਤੇ ਅਗਰ ਅਸੀਂ ਇਸ ਤ੍ਰਿਭੁਜ ਦੇ ਵਿੱਚ ਗੱਲ ਕਰੀਏ ਤਾਂ ਇਸ ਤ੍ਰਿਭੁਜ ਦੀ ਇੱਕ ਭੁਜਾ 5 ਸੈਂਟੀਮੀਟਰ ਹੈ, ਦੂਜੀ ਭੁਜਾ ਸਾਡੇ ਕੋਲ BC 8 ਸਮ ਹੈ ਤੇ ਤੀਜੀ ਜਿਹੜੀ AC ਜਾਂ CA ਭੁਜਾ ਹੈ ਉਹ ਵੀ 8 ਸਮ ਹੈ। ਕਿਉਂਕਿ ਇਸ ਤ੍ਰਿਭੁਜ ਦੇ ਵਿੱਚ ਸਾਡੇ ਕੋਲ ਦੋ ਭੁਜਾਵਾਂ ਦੀ ਲੰਬਾਈ ਜਿਹੜੀ ਸਮਾਨ ਹੈ, ਇਸ ਲਈ ਇਸ ਤ੍ਰਿਭੁਜ ਦਾ ਨਾਮ ਜਿਹੜਾ ਸਾਡੇ ਕੋਲ ਸਮ ਦੋ ਭੁਜੀ ਤ੍ਰਿਭੁਜ ਹੋਏਗਾ। ਸੋ ਅਗਰ ਕੋਣਾਂ ਦੇ ਆਧਾਰ ਤੇ ਅਸੀਂ ਦੇਖੀਏ ਤਾਂ ਇਸ ਤ੍ਰਿਭੁਜ ਦੇ ਤਿੰਨੋਂ ਕੋਣ ਜਿਹੜੇ ਨੇ ਉਹ ਨਿਊਨ ਕੋਣ ਨੇ, ਕੋਈ ਵੀ ਕੋਣ 90 ਡਿਗਰੀ ਜਾਂ 90 ਡਿਗਰੀ ਤੋਂ ਵੱਡਾ ਨਹੀਂ ਹੈ, ਤਿੰਨੋਂ ਕੋਣ 90 ਡਿਗਰੀ ਤੋਂ ਛੋਟੇ ਨੇ। ਠੀਕ ਹੈ, ਤਾਂ ਇਸ ਤ੍ਰਿਭੁਜ ਨੂੰ ਅਸੀਂ ਕੋਣਾਂ ਦੇ ਆਧਾਰ ਤੇ ਅਗਰ ਇਹਦਾ ਨਾਮ ਅਸੀਂ ਲਿਖਣਾ ਹੋਵੇ ਤਾਂ ਇਹ ਸਾਡੇ ਕੋਲ ਨਿਊਨ ਕੋਣੀ ਤ੍ਰਿਭੁਜ ਹੋਏਗੀ। ਨਿਊਨ ਕੋਣੀ ਤ੍ਰਿਭੁਜ, ਠੀਕ ਹੈ। ਤਾਂ ਇਸੇ ਢੰਗ ਦੇ ਨਾਲ ਦੂਸਰਾ ਸਵਾਲ ਅਸੀਂ ਹੁਣ ਦੇਖਦੇ ਹਾਂ। ਦੂਸਰੇ ਸਵਾਲ ਦੇ ਵਿੱਚ ਅਗਰ ਭੁਜਾਵਾਂ ਦੇ ਆਧਾਰ ਤੇ ਗੱਲ ਕੀਤੀ ਜਾਵੇ ਤਾਂ ਤਿੰਨੋਂ ਹੀ ਭੁਜਾਵਾਂ ਦੀ ਜਿਹੜੀ ਲੰਬਾਈ ਹੈ ਉਹ ਅਲੱਗ ਹੈ ਸਾਡੇ ਕੋਲ। ਠੀਕ ਹੈ, ਇੱਕ 6 ਸਮ ਹੈ, ਇੱਕ 8 ਸਮ ਹੈ, ਇੱਕ 10 ਸਮ ਹੈ। ਸੋ ਤਿੰਨੋਂ ਭੁਜਾਵਾਂ ਦੇ ਵਿੱਚੋਂ ਕੋਈ ਵੀ ਭੁਜਾਵਾਂ ਆਪਸ ਦੇ ਵਿੱਚ ਸਮਾਨ ਨਹੀਂ ਨੇ, ਤਾਂ ਇਹ ਤ੍ਰਿਭੁਜ ਸਾਡੇ ਕੋਲ ਭੁਜਾਵਾਂ ਦੇ ਆਧਾਰ ਤੇ ਦਾ ਨਾਮ ਜਿਹੜਾ ਬਿਖਮ ਭੁਜੀ ਤ੍ਰਿਭੁਜ ਹੋਏਗਾ। ਬਿਖਮ ਭੁਜੀ ਤ੍ਰਿਭੁਜ। ਔਰ ਜੇਕਰ ਕੋਣਾਂ ਦੇ ਆਧਾਰ ਤੇ ਗੱਲ ਕਰੀਏ ਤਾਂ ਇਹਦੇ ਇੱਕ ਕੋਣ ਇਹਦੇ ਵਿੱਚ ਸਾਡੇ ਕੋਲ 90 ਡਿਗਰੀ ਦਾ ਹੈ ਤਾਂ ਇਹਨੂੰ ਅਸੀਂ ਸਮਕੋਣੀ ਤ੍ਰਿਭੁਜ ਕਹਾਂਗੇ। ਸਮਕੋਣੀ ਤ੍ਰਿਭੁਜ, ਠੀਕ ਹੈ ਵਿਦਿਆਰਥੀਓ। ਇਸ ਤੋਂ ਬਾਅਦ ਅਗਲੀ ਤ੍ਰਿਭੁਜ ਨੂੰ ਤੁਸੀਂ ਦੇਖ ਕੇ ਜਲਦੀ ਨਾਲ ਅੰਦਾਜ਼ਾ ਲਗਾਉਣਾ ਹੈ ਇਹਦਾ ਨਾਮ ਸਾਡੇ ਕੋਲ ਕੀ ਹੋਏਗਾ। ਜੇਕਰ ਭੁਜਾਵਾਂ ਦੇ ਆਧਾਰ ਤੇ ਗੱਲ ਕਰੀਏ ਤਾਂ ਦੋ ਭੁਜਾਵਾਂ ਇਹਦੀਆਂ 7 ਸੈਂਟੀਮੀਟਰ ਦੇ ਸਮਾਨ ਨੇ, ਤਾਂ ਇਹ ਸਾਡੇ ਕੋਲ ਸਮ ਦੋ ਭੁਜੀ ਤ੍ਰਿਭੁਜ ਹੋਏਗੀ। ਔਰ ਜੇਕਰ ਅਸੀਂ ਕੋਣਾਂ ਦੇ ਆਧਾਰ ਤੇ ਗੱਲ ਕਰੀਏ ਤਾਂ ਇਹਦਾ ਇੱਕ ਕੋਣ ਤੁਸੀਂ ਦੇਖ ਸਕਦੇ ਹੋ ਇਹ 90 ਡਿਗਰੀ ਤੋਂ ਵੱਡਾ ਹੈ। ਠੀਕ ਹੈ, ਅਧਿਕ ਕੋਣ ਹੈ ਤਾਂ ਇਹ ਅਧਿਕ ਕੋਣੀ ਤ੍ਰਿਭੁਜ ਅਸੀਂ ਇਸ ਨੂੰ ਕਹਾਂਗੇ। ਅਧਿਕ ਕੋਣੀ ਤ੍ਰਿਭੁਜ, ਠੀਕ ਹੈ ਵਿਦਿਆਰਥੀਓ। ਇਸ ਤੋਂ ਬਾਅਦ ਅਗਲਾ ਸਵਾਲ ਸਾਡੇ ਕੋਲ ਹੈ, ਅਗਲੀ ਤ੍ਰਿਭੁਜ ਚੌਥੀ ਤੁਸੀਂ ਦੇਖ ਸਕਦੇ ਹੋ। ਇਸ ਤ੍ਰਿਭੁਜ ਦੇ ਵਿੱਚ ਅਗਰ ਭੁਜਾਵਾਂ ਦੇ ਆਧਾਰ ਤੇ ਗੱਲ ਕੀਤੀ ਜਾਵੇ ਤਾਂ ਤ੍ਰਿਭੁਜ ਦੇ ਤਿੰਨੋਂ ਹੀ ਤ੍ਰਿਭੁਜ ਦੀਆਂ ਭੁਜਾਵਾਂ ਇੱਕ ਸਮਾਨ ਨੇ, ਤਿੰਨਾਂ ਦੀ ਲੰਬਾਈ ਜਿਹੜੀ ਹੈ ਉਹ 5.2 ਸੈਂਟੀਮੀਟਰ ਹੈ, ਤਾਂ ਇਸ ਦਾ ਨਾਮ ਸਾਡੇ ਕੋਲ ਸਮਭੁਜੀ ਤ੍ਰਿਭੁਜ ਹੋਏਗਾ। ਇਸ ਤੋਂ ਬਾਅਦ ਜੇਕਰ ਕੋਣਾਂ ਦੇ ਆਧਾਰ ਤੇ ਗੱਲ ਕੀਤੀ ਜਾਵੇ ਤਾਂ ਤ੍ਰਿਭੁਜ ਦੇ ਤਿੰਨੋਂ ਹੀ ਕੋਣ ਜਿਹੜੇ ਨੇ ਉਹ ਸਾਡੇ ਕੋਲ 90 ਡਿਗਰੀ ਤੋਂ ਛੋਟੇ ਨੇ, ਨਿਊਨ ਕੋਣ ਨੇ, ਤਾਂ ਇਸ ਦਾ ਨਾਮ ਨਿਊਨ ਕੋਣੀ ਤ੍ਰਿਭੁਜ ਰੱਖਿਆ ਜਾ ਸਕਦਾ ਹੈ। ਨਿਊਨ ਕੋਣੀ ਤ੍ਰਿਭੁਜ, ਠੀਕ ਹੈ ਸਟੂਡੈਂਟਸ। ਇਸ ਤੋਂ ਬਾਅਦ ਸਾਡੇ ਕੋਲ ਦੋ ਤ੍ਰਿਭੁਜਾਂ ਹੋਰ ਬਚੀਆਂ ਨੇ, तो मैनू उम्मीद है कि तुसी बहुत आसानी दे नाल इन्हां दे नाम जिहड़े आ ओह दस सकदे हो कि किस तरह दीयां त्रिभुजां ने। तो पहली त्रिभुज साडे कोल इहदे च दो भुजावां बराबर ने, तीजी भुजा दी लंबाई जिहड़ी ओह दोनां तो अलग है।
तो इनू असी समदुभुजी त्रिभुज कहांगे। ठीक है, इसे ढंग दे नाल जेकर कोण के आधार पर देखिए तो एक कोण जिहड़ा ABC है वो 90 डिग्री तो वड्डा है, भाव अधिक कोण है। ठीक है, तो इस त्रिभुज नूं असीं अधिक कोणी त्रिभुज कहांगे। इस तो बाद आखिरी साडे कोल जिहड़ी त्रिभुज है इहनूं भुजावां दे आधार ते अगर असीं देखीए तां इहदे दो भुजावां इहदियां जिहड़ियां एक समान ने 6 सेंटीमीटर PQ ते QR, तो ये भी साडे कोल समदुभुजी त्रिभुज होएगी। जेकर कोण के आधार पर देखिए तो ਇਹਦਾ एक कोण ਜਿਹੜਾ है वो ਸਾਡੇ ਕੋਲ 90 डिग्री का है। ठीक है, तो ਇਹਨੂੰ ਅਸੀਂ ਸਮਕੋਣੀ त्रिभुजां की श्रेणी ਦੇ ਵਿੱਚ ਰੱਖਾਂਗੇ, ਸਮਕੋਣੀ त्रिभुज। ठीक है स्टूडेंट्स, तो इस ढंग ਦੇ ਨਾਲ त्रिभुजां ਨੂੰ ਅਸੀਂ ਉਹਨਾਂ ਦੀਆਂ ਭੁਜਾਵਾਂ ਅਤੇ ਕੋਣਾਂ ਦੇ ਆਧਾਰ ਉੱਤੇ ਵਰਗੀਕ੍ਰਿਤ ਕਰ ਸਕਦੇ ਹਾਂ, ਅਲੱਗ-ਅਲੱਗ ਸ਼੍ਰੇਣੀਆਂ ਦੇ ਵਿੱਚ ਵੰਡ ਸਕਦੇ ਹਾਂ। ठीक है विद्यार्थियों, आओ इस तो बाद ਅਸੀਂ ਅੱਜ ਦਾ ਅਗਲਾ ਟੌਪਿਕ ਜਿਹੜਾ ਹੈ, ਅਗਲਾ ਵਿਸ਼ਾ ਹੈ त्रिभुज ਦੀਆਂ ਮੱਧਿਕਾਵਾਂ, ਉਸ ਦੇ ਵੱਲ ਵਧਦੇ ਹਾਂ। त्रिभुज ਦੀਆਂ ਮੱਧਿਕਾਵਾਂ ਦਾ ਜੋ ਕਨਸੈਪਟ ਹੈ ਇਹਨੂੰ ਸਭ ਤੋਂ ਪਹਿਲਾਂ ਆਓ ਅਸੀਂ ਇੱਕ ਕਾਗਜ਼ ਮੋੜਨ ਦੀ ਵਿਧੀ ਦੇ ਨਾਲ ਸਮਝਦੇ ਹਾਂ ਕਿ ਕਿਵੇਂ ਕਾਗਜ਼ ਮੋੜਨ ਦੀ ਵਿਧੀ ਦੇ ਨਾਲ ਅਸੀਂ त्रिभुज ਦੀ ਮੱਧਿਕਾ ਜਿਹੜੀ ਹੈ ਉਹ ਪਤਾ ਕਰ ਸਕਦੇ ਹਾਂ। तो जिवें तुसीं देख रहे हो, सब तो पहला कागज के टुकड़े तो एक त्रिभुज ABC आकार की असीं कटांगे। इस त्रिभुज दे विच साडे कोल तीन भुजावां ने AB, BC ते CA। इहदी किसी एक भुजा नूं एक भुजा दा लंब समदुभाजक असीं बनावांगे कागज मोड़न की विधि दे नाल। ठीक है, तो मान लो BC जिहड़ी भुजा है उहदा असीं कागज मोड़न की विधि दे नाल लंब समदुभाजक पता करना है। तो असीं इस कागज नूं इस ढंग दे नाल मोड़ांगे कि शिखर B ते C जिहड़े है वो आपस दे विच मिल जाण। इस तरह कागज मोड़न दे नाल जिहड़ी साडे कोल तह बनदी है, ਇਹ ਭੁਜਾ BC ਉੱਤੇ ਲੰਬ ਸਮਦੁਭਾਜਕ ਹੋਏਗੀ। ਇਹ ਤਹਿ BC ਨੂੰ ਜਿਸ ਬਿੰਦੂ ਤੇ ਕੱਟਦੀ ਹੈ ਉਸ ਬਿੰਦੂ ਦਾ ਨਾਮ ਅਸੀਂ D ਰੱਖ ਲਵਾਂਗੇ। ਇਹ ਬਿੰਦੂ D ਜੋ ਹੈ ਇਹ ਸਾਡੇ ਕੋਲ BC ਭੁਜਾ ਦਾ ਮੱਧ ਬਿੰਦੂ ਹੋਏਗਾ, ਮਿਡ ਪੁਆਇੰਟ ਆਫ ਸਾਈਡ BC। ਠੀਕ ਹੈ, ਹੁਣ ਇਸ ਮੱਧ ਬਿੰਦੂ D ਨੂੰ ਅਸੀਂ ਸਾਹਮਣੇ ਵਾਲੇ ਸਿਖਰ A ਦੇ ਨਾਲ ਮਿਲਾ ਦੇਵਾਂਗੇ। ਇਹ ਜੋ ਰੇਖਾਖੰਡ AD ਹੈ ਇਹ ਹੀ ਸਾਡੇ ਕੋਲ ਇਸ त्रिभुज ਦੀ ਮੱਧਿਕਾ है। ठीक है विद्यार्थियों, तो किसी भी त्रिभुज ਦੇ ਵਿੱਚ ਜੇਕਰ ਅਸੀਂ ਉਹਦੀ ਕਿਸੇ ਵੀ ਭੁਜਾ ਦਾ ਮੱਧ ਬਿੰਦੂ ਲੈ ਕੇ ਉਸ ਮੱਧ ਬਿੰਦੂ ਨੂੰ ਸਾਹਮਣੇ ਵਾਲੇ ਸਿਖਰ ਦੇ ਨਾਲ ਜੋੜਦੀ ਹੋਈ ਇੱਕ ਆਪਾਂ ਲਾਈਨ ਜਿਹੜੀ ਹੈ ਰੇਖਾਖੰਡ ਹੈ ਉਹ ਖਿੱਚ ਦਿੰਨੇ ਆ ਤਾਂ ਉਹ ਸਾਡੇ ਕੋਲ त्रिभुज ਦੀ ਮੱਧਿਕਾ ਬਣ ਜਾਂਦਾ ਹੈ। ਜਿਸ ਤਰ੍ਹਾਂ ਇਸ त्रिभुज ਦੇ ਵਿੱਚ ਅਸੀਂ ਕੀਤਾ, ਜਿਹੜਾ AD ਸਾਡੇ ਕੋਲ ਰੇਖਾਖੰਡ ਹੈ ਉਹ ਇਸ त्रिभुज ਦੀ ਮੱਧਿਕਾ ਹੈ। ਸੋ ਵਿਦਿਆਰਥੀਓ, ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਸਾਡੇ ਦਿਮਾਗ ਦੇ ਵਿੱਚ ਇਹ ਆ ਸਕਦਾ ਹੈ ਕਿ ਕੀ ਕਿਸੇ त्रिभुज ਦੀ ਇੱਕ ਹੀ ਮੱਧਿਕਾ ਹੁੰਦੀ ਹੈ ਜਾਂ ਇਸ ਤੋਂ ਜ਼ਿਆਦਾ ਵੀ ਹੋ ਸਕਦੀਆਂ ਨੇ। ਤਾਂ ਆਓ ਦੇਖਦੇ ਹਾਂ ਆਪਾਂ। ਜਿਵੇਂ ਸਾਡੇ ਕੋਲ त्रिभुज ਤੁਸੀਂ ਦੇਖ ਰਹੇ ਹੋ ABC ਔਰ ਇਹਦੇ ਵਿੱਚ D ਜਿਹੜਾ ਹੈ ਉਹ BC ਦਾ ਮੱਧ ਬਿੰਦੂ ਹੈ, BD ਤੇ DC ਦੋਨੋਂ ਬਰਾਬਰ ਭਾਗ ਨੇ। ਠੀਕ ਹੈ, ਤਾਂ AD ਜਿਹੜਾ ਹੈ ਉਹ ਇਸ त्रिभुज ਦੀ ਮੱਧਿਕਾ ਹੈ। ਠੀਕ ਹੈ, ਜਿਵੇਂ ਅਸੀਂ BC ਦਾ ਮੱਧ ਬਿੰਦੂ ਲਿਆ ਸੀ, ਇਸੇ ਢੰਗ ਦੇ ਨਾਲ ਜੇਕਰ ਅਸੀਂ AC ਦਾ ਮੱਧ ਬਿੰਦੂ ਲੈ ਲੈਂਦੇ ਹਾਂ ਫਿਰ ਉਸ ਮੱਧ ਬਿੰਦੂ ਨੂੰ ਸਾਹਮਣੇ ਵਾਲੇ ਸਿਖਰ B ਦੇ ਨਾਲ ਮਿਲਾ ਦਿੰਦੇ ਹਾਂ ਤਾਂ ਸਾਡੇ ਕੋਲ ਇਸ त्रिभुज ਦੀ ਦੂਜੀ ਮੱਧਿਕਾ ਪ੍ਰਾਪਤ ਹੋ ਜਾਵੇਗੀ। ਇਸੇ ਢੰਗ ਦੇ ਨਾਲ ਅਸੀਂ AB ਭੁਜਾ ਦਾ ਮੱਧ ਬਿੰਦੂ ਜੇਕਰ ਲਈਏ ਤਾਂ ਉਸ ਮੱਧ ਬਿੰਦੂ ਨੂੰ ਅਸੀਂ ਸਾਹਮਣੇ ਵਾਲੇ ਸਿਖਰ C ਦੇ ਨਾਲ ਮਿਲਾਵਾਂਗੇ ਤਾਂ ਸਾਡੇ ਕੋਲ त्रिभुज ਦੀ ਤੀਜੀ ਮੱਧਿਕਾ ਜਿਹੜੀ ਪ੍ਰਾਪਤ ਹੋ ਜਾਏਗੀ। ਠੀਕ ਹੈ, ਸੋ ਆਓ ਇਸ त्रिभुज ਦੀ ਦੂਜੀ ਮੱਧਿਕਾ ਅਸੀਂ ਖਿੱਚਦੇ ਹਾਂ। ਸੋ AC ਦੇ ਮੱਧ ਬਿੰਦੂ ਨੂੰ ਅਸੀਂ B ਦੇ ਨਾਲ ਜੁਆਇਨ ਕਰਦੇ ਹਾਂ। ਸੋ AC ਦਾ ਜਿਹੜਾ ਮੱਧ ਬਿੰਦੂ ਹੈ ਇਹਨੂੰ ਅਸੀਂ E ਮੰਨ ਲੈਂਦੇ ਹਾਂ। E ਬਿੰਦੂ ਨੂੰ ਜੇਕਰ ਅਸੀਂ ਸਾਹਮਣੇ ਵਾਲੇ ਸਿਖਰ B ਦੇ ਨਾਲ ਜੁਆਇਨ ਕਰਾਂਗੇ ਤਾਂ ਇਹ ਸਾਡੇ ਕੋਲ BE ਇਹ ਵੀ ਇਸ त्रिभुज ਦੀ
ਮੱਧਿਕਾ ਬਣ ਜਾਂਦੀ ਹੈ। ਠੀਕ ਹੈ, AE ਭਾਗ ਜਿਹੜਾ ਸਾਡੇ ਕੋਲ ਉਹ CE ਦੇ ਸਮਾਨ ਹੋਏਗਾ। ਇਸੇ ਢੰਗ ਦੇ ਨਾਲ AB ਦੇ ਮੱਧ ਬਿੰਦੂ ਨੂੰ ਜੇਕਰ ਅਸੀਂ C ਦੇ ਨਾਲ ਮਿਲਾਵਾਂਗੇ ਤਾਂ ਸਾਡੇ ਕੋਲ ਤੀਜੀ ਮੱਧਿਕਾ ਵੀ ਇਸ ਤ੍ਰਿਭੁਜ ਦੀ ਬਣ ਜਾਏਗੀ। ਠੀਕ ਹੈ ਵਿਦਿਆਰਥੀਓ, तो इस AB ਦੇ ਮੱਧ ਬਿੰਦੂ ਦਾ ਨਾਮ ਅਸੀਂ F ਰੱਖ ਲੈਂਦੇ ਹਾਂ। ਠੀਕ ਹੈ, तो CF ਸਾਡੇ ਕੋਲ ਜਿਹੜਾ ਇਹ ਵੀ ਇਸ ਤ੍ਰਿਭੁਜ ਦੀ ਮੱਧਿਕਾ ਹੋ ਜਾਂਦੀ ਹੈ, ਜੋ ਕਿ AB ਦੇ ਮੱਧ ਬਿੰਦੂ F ਨੂੰ ਸਾਹਮਣੇ ਵਾਲੇ ਸਿਖਰ C ਦੇ ਨਾਲ ਮਿਲਾਉਣ ਤੇ ਬਣਦੀ ਹੈ। AF ਤੇ FB ਦੀ ਲੰਬਾਈ ਜਿਹੜੀ ਉਹ ਆਪਸ ਦੇ ਵਿੱਚ ਸਮਾਨ ਹੋਏਗੀ। ਠੀਕ ਹੈ, ਸੋ ਅਸੀਂ ਦੇਖਿਆ ਕਿਉਂਕਿ ਇੱਕ ਤ੍ਰਿਭੁਜ ਦੇ ਵਿੱਚ ਤਿੰਨ ਭੁਜਾਵਾਂ ਹੁੰਦੀਆਂ ਨੇ ਤੇ ਤਿੰਨੋਂ ਭੁਜਾਵਾਂ ਦੇ ਮੱਧ ਬਿੰਦੂਆਂ ਨੂੰ ਜੇਕਰ ਅਸੀਂ ਸਾਹਮਣੇ ਵਾਲੇ ਸਿਖਰ ਦੇ ਨਾਲ ਮਿਲਾਉਂਦੇ ਹਾਂ ਤਾਂ ਸਾਡੇ ਕੋਲ ਤਿੰਨ ਮੱਧਿਕਾਵਾਂ ਜਿਹੜੀਆਂ ਤ੍ਰਿਭੁਜ ਦੀਆਂ ਬਣ ਜਾਂਦੀਆਂ ਨੇ। ਸੋ ਇੱਕ ਤ੍ਰਿਭੁਜ ਦੀਆਂ ਕਿੰਨੀਆਂ ਮੱਧਿਕਾਵਾਂ ਹੋ ਸਕਦੀਆਂ ਨੇ? ਤਿੰਨ ਮੱਧਿਕਾਵਾਂ ਹੋ ਸਕਦੀਆਂ ਨੇ, ਔਰ ਤਿੰਨੋਂ ਮੱਧਿਕਾਵਾਂ ਦੀ ਇੱਕ ਵਿਸ਼ੇਸ਼ਤਾ ਹੁੰਦੀ ਹੈ ਕਿ ਇਹ ਹਮੇਸ਼ਾ ਹੀ ਇੱਕ ਬਿੰਦੂ ਤੇ ਤ੍ਰਿਭੁਜ ਦੇ ਅੰਦਰ ਕੱਟ ਕਰਦੀਆਂ ਨੇ ਇੱਕ ਦੂਜੇ ਨੂੰ। ਤੁਸੀਂ ਦੇਖ ਸਕਦੇ ਹੋ AD BE ਤੇ CF ਜਿਹੜੇ ਇਹ ਤਿੰਨੋਂ ਮੱਧਿਕਾਵਾਂ ਨੇ, ਇਹ ਤ੍ਰਿਭੁਜ ਦੇ ਅੰਦਰ ਇੱਕ ਬਿੰਦੂ ਤੇ ਆਪਸ ਦੇ ਵਿੱਚ ਕੱਟ ਕਰ ਰਹੀਆਂ ਨੇ, ਔਰ ਤ੍ਰਿਭੁਜ ਦੀਆਂ ਮੱਧਿਕਾਵਾਂ ਹਮੇਸ਼ਾ ਤ੍ਰਿਭੁਜ ਦੇ ਅੰਦਰ ਹੀ ਬਣਦੀਆਂ ਨੇ। ਸੋ ਅਸੀਂ ਇੱਥੇ ਲਿਖ ਸਕਦੇ ਹਾਂ ਕਿ ਮੱਧਿਕਾ ਤ੍ਰਿਭੁਜ ਦੇ ਇੱਕ ਸਿਖਰ ਨੂੰ ਸਨਮੁਖ ਭੁਜਾ ਦੇ ਵਿਚਕਾਰਲੇ ਬਿੰਦੂ ਨਾਲ ਮਿਲਾਉਂਦੀ ਹੈ। ਵਿਚਕਾਰਲੇ ਬਿੰਦੂ ਨਾਲ ਮਿਲਾਉਂਦੀ ਹੈ। ਠੀਕ ਹੈ, ਸੋ ਪਿਆਰੇ ਵਿਦਿਆਰਥੀਓ, ਮੈਨੂੰ ਉਮੀਦ ਹੈ ਕਿ ਕਿਸੇ ਤ੍ਰਿਭੁਜ ਦੇ ਵਿੱਚ ਮੱਧਿਕਾ ਕਿਵੇਂ ਖਿੱਚੀ ਜਾ ਸਕਦੀ ਹੈ ਤੇ ਮੱਧਿਕਾ ਕੀ ਹੁੰਦੀ ਹੈ ਇਹਦੇ ਬਾਰੇ ਤੁਹਾਨੂੰ ਜ਼ਰੂਰ ਪਤਾ ਚੱਲ ਗਿਆ ਹੋਵੇਗਾ। ਸੋ ਆਓ ਇਸ ਤੋਂ ਬਾਅਦ ਇੱਕ ਦੋ ਸਵਾਲ ਸਾਡੇ ਕੋਲ ਨੇ, ਇਹਨਾਂ ਦੇ ਜਵਾਬ ਅਸੀਂ ਦੇ ਲੈਂਦੇ ਹਾਂ। ਪਹਿਲਾ ਸਵਾਲ ਸਾਡੇ ਕੋਲ ਹੈ, ਇੱਕ ਤ੍ਰਿਭੁਜ ਵਿੱਚ ਕਿੰਨੀਆਂ ਮੱਧਿਕਾਵਾਂ ਹੋ ਸਕਦੀਆਂ ਹਨ? ਤਾਂ ਅਸੀਂ ਹੁਣੇ ਦੇਖ ਕੇ ਆਏ ਹਾਂ ਕਿ ਤ੍ਰਿਭੁਜ ਦੇ ਵਿੱਚ ਸਾਡੇ ਕੋਲ ਤਿੰਨੋਂ ਭੁਜਾਵਾਂ ਦੇ ਮੱਧ ਬਿੰਦੂਆਂ ਨੂੰ ਸਾਹਮਣੇ ਵਾਲੇ ਸਿਖਰਾਂ ਨਾਲ ਮਿਲਾ ਕੇ ਤਿੰਨ ਮੱਧਿਕਾਵਾਂ ਖਿੱਚੀਆਂ ਜਾ ਸਕਦੀਆਂ ਹਨ। ਠੀਕ ਹੈ, ਸੋ ਇੱਕ ਤ੍ਰਿਭੁਜ ਦੇ ਵਿੱਚ ਤਿੰਨ ਮੱਧਿਕਾਵਾਂ ਹੋ ਸਕਦੀਆਂ ਹਨ। ਠੀਕ ਹੈ, ਔਰ ਦੂਸਰਾ ਸਵਾਲ ਹੈ ਸਾਡੇ ਕੋਲ, ਕੀ ਇੱਕ ਮੱਧਿਕਾ ਪੂਰੀ ਤਰ੍ਹਾਂ ਤ੍ਰਿਭੁਜ ਦੇ ਅੰਦਰ ਸਥਿਤ ਹੁੰਦੀ ਹੈ? ਬਿਲਕੁਲ ਹਾਂ, ਤ੍ਰਿਭੁਜ ਦੀ ਜਿਹੜੀ ਮੱਧਿਕਾ ਹੈ ਉਹ ਪੂਰੀ ਤਰ੍ਹਾਂ ਤ੍ਰਿਭੁਜ ਦੇ ਅੰਦਰ ਹੀ ਸਥਿਤ ਹੁੰਦੀ ਹੈ। ਠੀਕ ਹੈ, ਇਸ ਦਾ ਆਨਸਰ ਆਏਗਾ ਹਾਂ। ਠੀਕ ਹੈ ਸਟੂਡੈਂਟਸ, तो ਇਹ ਸਾਡੇ ਕੋਲ ਮੱਧਿਕਾ ਦਾ ਕਨਸੈਪਟ ਸੀ ਜਿਹੜਾ ਅਸੀਂ ਅੱਜ ਕੀਤਾ ਹੈ। ਸੋ ਆਓ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਤ੍ਰਿਭੁਜ ਦੇ ਸਿਖਰ ਲੰਬਾਂ ਦੇ ਬਾਰੇ। ਤ੍ਰਿਭੁਜ ਦੇ ਸਿਖਰ ਲੰਬ, ਉਹਦੇ ਲਈ ਸਭ ਤੋਂ ਪਹਿਲਾਂ ਅਸੀਂ ਇੱਕ ਤ੍ਰਿਭੁਜ ਬਣਾ ਲੈਂਦੇ ਹਾਂ। ਸੋ ਮੰਨ ਲਓ ਇਹ ABC ਸਾਡੇ ਕੋਲ ਇੱਕ ਤ੍ਰਿਭੁਜ ਹੈ। ਠੀਕ ਹੈ, ਇਸ ਤ੍ਰਿਭੁਜ ਦੇ ਵਿੱਚ ਜਿਹੜਾ ਸਾਡੇ ਕੋਲ ਉੱਪਰ ਸਿਖਰ ਹੈ A, ਇਸ ਸਿਖਰ ਤੋਂ BC ਭੁਜਾ ਦੇ ਉੱਤੇ ਬਹੁਤ ਸਾਰੇ ਜਿਹੜੇ ਰੇਖਾਖੰਡ ਆਪਾਂ ਖਿੱਚ ਸਕਦੇ ਹਾਂ। BC ਦੇ ਕਿਸੇ ਵੀ ਬਿੰਦੂ ਨੂੰ A ਦੇ ਨਾਲ ਅਸੀਂ ਜੁਆਇਨ ਕਰ ਸਕਦੇ ਹਾਂ। ਠੀਕ ਹੈ, ਜਿਵੇਂ ਇੱਕ ਇਹ ਰੇਖਾਖੰਡ ਹੋ ਗਿਆ, ਇਹ ਸਾਡੇ ਕੋਲ ਰੇਖਾਖੰਡ ਹੋ ਗਿਆ, ਇਸੇ ਢੰਗ ਦੇ ਨਾਲ ਇਹ ਇੱਕ ਰੇਖਾਖੰਡ ਹੋ ਗਿਆ, ਇਹ ਇੱਕ ਰੇਖਾਖੰਡ ਹੋ ਗਿਆ, एक रेखाखंड हो गया। ठीक है, तो ए बिंदु तो ਅਸੀਂ BC ਭੁਜਾ ਦੇ ਉੱਤੇ ਬਹੁਤ ਸਾਰੇ ਰੇਖਾਖੰਡ ਜਿਹੜੇ ਆ ਅਲੱਗ-ਅਲੱਗ ਬਿੰਦੂਆਂ ਤੇ ਅਸੀਂ ਜੁਆਇਨ ਕਰ ਸਕਦੇ ਹਾਂ। तो ਇਹਨਾਂ ਦੇ ਵਿੱਚੋਂ ਇੱਕ ਜਿਹੜਾ ਰੇਖਾਖੰਡ ਹੈ ਉਹ ਸਾਡੇ ਕੋਲ ਇਸ ਤ੍ਰਿਭੁਜ ਦਾ ਸਿਖਰ ਲੰਬ ਹੋਏਗਾ। ਕਿਹੜਾ ਵਾਲਾ ਰੇਖਾਖੰਡ ਹੈ ਜਿਹੜਾ ਇਸ ਤ੍ਰਿਭੁਜ ਦਾ ਸਿਖਰ ਲੰਬ ਹੋਏਗਾ? ਉਹ ਰੇਖਾਖੰਡ ਜਿਹੜਾ BC ਭੁਜਾ ਨੂੰ 90 ਡਿਗਰੀ ਤੇ ਮਿਲਦਾ ਹੈ। ਠੀਕ ਹੈ, तो ਅਸੀਂ ਦੇਖ ਸਕਦੇ ਹਾਂ ਕਿ ਇਹ ਸਾਡੇ ਕੋਲ ਜੇਕਰ ਇਸ ਮੈਂ ਬਿੰਦੂ ਨੂੰ D ਰੱਖਦੇ ਹਾਂ ਤਾਂ ED ਜਿਹੜਾ
तो AD ਜਿਹੜਾ ਰੇਖਾਖੰਡ ਹੈ ਇਹ BC ਨੂੰ 90 ਡਿਗਰੀ ਦੇ ਉੱਤੇ ਮਿਲਦਾ ਹੈ, BC ਦੇ ਨਾਲ ਸਮਕੋਣ ਬਣਾਉਂਦਾ ਹੈ। ਠੀਕ ਹੈ, ਇਹ ਜਿਹੜਾ AD ਰੇਖਾਖੰਡ ਹੈ ਇਹ ਇਸ ਤ੍ਰਿਭੁਜ ਦੀ ਉਚਾਈ ਹੈ। ਉਚਾਈ ਦਾ ਭਾਵ ਹੈ ਕਿ BC ਤੋਂ ਜਿਹੜਾ A ਸਿਖਰ ਹੈ ਉਹ ਕਿੰਨਾ ਉੱਚਾ ਹੈ। तो यही AD रेखाखंड ਜਿਹੜਾ ਇਸੇ ਨੂੰ ਹੀ ਅਸੀਂ ਇਸ ਤ੍ਰਿਭੁਜ ਦਾ ਸਿਖਰ ਲੰਬ ਵੀ ਕਹਿੰਦੇ ਹਾਂ। ਠੀਕ ਹੈ ਵਿਦਿਆਰਥੀਓ, ਕਿਸੇ ਵੀ ਤ੍ਰਿਭੁਜ ਦੇ ਵਿੱਚ ਹਰ ਇੱਕ ਸਿਖਰ ਤੋਂ ਸਾਹਮਣੇ ਵਾਲੀ ਭੁਜਾ ਦੇ ਉੱਤੇ ਸਿਖਰ ਲੰਬ ਖਿੱਚਿਆ ਜਾ ਸਕਦਾ ਹੈ। ਠੀਕ ਹੈ, तो ਇਸੇ ਢੰਗ ਦੇ ਨਾਲ ਆਪਾਂ ਇੱਕ ਹੋਰ ਤ੍ਰਿਭੁਜ ਲੈ ਲੈਂਦੇ ਹਾਂ ਜਿਹਦੇ ਵਿੱਚ ਆਪਾਂ ਤਿੰਨੋਂ ਜਿਹੜੇ ਸਿਖਰ ਲੰਬ ਹੈ ਉਹ ਡਰਾ ਕਰਕੇ ਦਿਖਾਵਾਂਗੇ। ठीक है स्टूडेंट्स, तो मान लो ये साडे कोल एक त्रिभुज है PQR। ठीक है, तो ਇਹਦੇ ਵਿੱਚ ਹਰ ਇੱਕ ਸਿਖਰ ਤੋਂ P ਤੋਂ ਅਸੀਂ PR ਦੇ ਉੱਤੇ ਇੱਕ ਸਿਖਰ ਲੰਬ ਡਰਾ ਕਰ ਸਕਦੇ ਹਾਂ, ਬਣਾ ਸਕਦੇ ਹਾਂ। ਸਿਖਰ Q ਤੋਂ ਅਸੀਂ PR ਦੇ ਉੱਤੇ ਇੱਕ ਸਿਖਰ ਲੰਬ ਜਿਹੜਾ ਖਿੱਚ ਸਕਦੇ ਹਾਂ ਤੇ ਸਿਖਰ R ਤੋਂ PQ ਭੁਜਾ ਦੇ ਉੱਤੇ ਇੱਕ ਸਿਖਰ ਲੰਬ ਖਿੱਚ ਸਕਦੇ ਹਾਂ। ਠੀਕ ਹੈ, तो सब तो पहला P ਭੁਜਾ ਤੋਂ Q ਦੇ ਉੱਤੇ ਅਸੀਂ ਇੱਕ ਸਿਖਰ ਲੰਬ ਬਣਾਉਣੇ ਆ। ठीक है, तो ये तुसी देख सकते हो, ਇਹਦਾ ਨਾਮ ਅਸੀਂ रख ਲੈਂਦੇ ਆ PK। ठीक है, और PK ਜਿਹੜਾ ਹੈ ਉਹ ਸਾਡੇ ਕੋਲ QR ਦੇ ਉੱਤੇ ਲੰਬ ਹੈ और PK ਇਸ ਤ੍ਰਿਭੁਜ ਦਾ ਸਿਖਰ ਲੰਬ ਹੈ। ਇਸੇ ਢੰਗ ਦੇ ਨਾਲ Q ਸਿਖਰ ਤੋਂ ਸਾਹਮਣੇ ਵਾਲੀ ਭੁਜਾ ਦੇ ਉੱਤੇ ਵੀ ਅਸੀਂ ਜਿਹੜਾ ਲੰਬ ਹੈ ਉਹ ਖਿੱਚ ਸਕਦੇ ਹਾਂ। ਇਸੇ ਢੰਗ ਦੇ ਨਾਲ ਸਿਖਰ R ਤੋਂ ਸਾਹਮਣੇ ਵਾਲੀ ਭੁਜਾ ਦੇ ਉੱਤੇ ਲੰਬ ਵੀ ਖਿੱਚਿਆ ਜਾ ਸਕਦਾ ਹੈ। ठीक है स्टूडेंट्स, तो ये साडे कोल इत्थे 90 डिग्री का कोण बनेगा, ये भी साडे कोल 90 डिग्री का कोण बनेगा। ठीक है, इनू असी बिंदु L रख लेने, इसनू बिंदु M रख लेने। ठीक है, तो इस त्रिभुज दे विच PK ये लंब है QR दे उत्ते और QL लंब है PR दे उत्ते। इस तो बाद RM लंब है भुजा PQ ਦੇ ਉੱਤੇ। ठीक है, PK ਤੇ QL ਤੇ RM ਇਹ ਤਿੰਨੋਂ ਸਾਡੇ ਕੋਲ ਇਸ ਤ੍ਰਿਭੁਜ ਦੇ ਸਿਖਰ ਲੰਬ ਹਨ। ਠੀਕ ਹੈ, तो ਕਿਸੇ ਵੀ ਤ੍ਰਿਭੁਜ ਦੇ ਤਿੰਨ ਸਿਖਰ ਲੰਬ ਹੁੰਦੇ ਹਨ। ਕਿਸੇ ਵੀ ਤ੍ਰਿਭੁਜ ਦੇ ਤਿੰਨ ਸਿਖਰ ਲੰਬ ਖਿੱਚੇ ਜਾ ਸਕਦੇ ਹਨ। तीन शिखर लंब खिंचे जा सकते हैं। ठीक है, और बिल्कुल मध्यकावां दे वांग त्रिभुज दे तीनों शिखर लंब भी साडे कोल एक बिंदु दे उत्ते आपस विच कटदे हन। ठीक है, PK QL ते RM तीनों शिखर लंब तुसी देख सकते हो त्रिभुज दे अंदर एक ही बिंदु ते आपस दे विच मिलदे हन। ठीक है विद्यार्थियों, सो आओ इस तो बाद होर देखते हैं। ਇਹ ਸਾਡੇ ਕੋਲ ਇੱਕ ਸਵਾਲ ਹੈ, ਹੇਠ ਲਿਖੇ ਤ੍ਰਿਭੁਜਾਂ ਵਿੱਚ A ਤੋਂ BC ਭੁਜਾ ਤੱਕ ਅਨੁਮਾਨ ਨਾਲ ਸਿਖਰ ਲੰਬ ਖਿੱਚੋ। ਠੀਕ ਹੈ, तो ਸਾਡੇ ਕੋਲ ਤਿੰਨ ਜਿਹੜੇ ਇੱਥੇ ਤੁਸੀਂ ਦੇਖ ਸਕਦੇ ਹੋ ਜਿਹੜੇ ਤ੍ਰਿਭੁਜਾਂ ਤਿੰਨ ਤ੍ਰਿਭੁਜਾਂ ਦਿੱਤੀਆਂ ਗਈਆਂ ਨੇ, ਤਿੰਨਾਂ ਤ੍ਰਿਭੁਜਾਂ ਦੇ ਵਿੱਚ ਅਸੀਂ ਸਿਖਰ ਲੰਬ ਜਿਹੜਾ ਉਹ ਖਿੱਚਣਾ ਹੈ ਅਨੁਮਾਨ ਦੇ ਨਾਲ। ਠੀਕ ਹੈ, तो ਸਭ ਤੋਂ ਪਹਿਲਾਂ ਅਸੀਂ ਪਹਿਲਾਂ ਵਾਲੀ ਜਿਹੜੀ ਤ੍ਰਿਭੁਜ ABC ਹੈ ਇਹਦੇ ਵਿੱਚ ਆਪਾਂ ਸਿਖਰ ਲੰਬ ਖਿੱਚਾਂਗੇ। ਠੀਕ ਹੈ, ਠੀਕ ਹੈ, तो ਇਹ ਸਾਡੇ ਕੋਲ ठीक है, इस बिंदु का नाम जेकर असी D रख दिने आ तो AD साडे कोल इस त्रिभुज का शिखर लंब बन जाता है। ठीक है, इस तो बाद दूसरी जिहड़ी त्रिभुज है साडे कोल एक समकोणी त्रिभुज है, इहदे विच पहला ही साडे कोल 90 डिग्री का कोण बनदा पिया। तुसी इहदे विच अगर असी देखिए A तो जेकर असी BC भुजा दे उत्ते शिखर लंब खिंचना होवे तां असी देख रहे हैं कि पहला ही जिहड़ी AC भुजा है वो BC दे उत्ते लंब है। ठीक है, तो इस त्रिभुज ਦੇ ਵਿੱਚ ਜਿਹੜਾ AC ਭੁਜਾ ਹੈ ਇਹ ਹੀ ਸਾਡੇ ਕੋਲ ਇਸ त्रिभुज ਦਾ ਸਿਖਰ ਲੰਬ ਹੈ।
ठीक है। सो इस तरह ਅਸੀਂ ਕਹਿ ਸਕਦੇ ਹਾਂ ਕਿ ਸਮਕੋਣੀ ਤ੍ਰਿਭੁਜ ਦੇ ਵਿੱਚ ਜੇਕਰ ਤ੍ਰਿਭੁਜ ਸਮਕੋਣੀ ਹੈ ਉਹਦੇ 'ਚ ਇੱਕ ਕੋਣ 90 ਡਿਗਰੀ ਦਾ ਬਣਦਾ ਹੈ ਤਾਂ ਉਸ ਤ੍ਰਿਭੁਜ ਦੇ ਵਿੱਚ ਇਹ ਦੋ ਭੁਜਾਵਾਂ ਜਿਹੜੀਆਂ ਕਿ ਆਪਸ ਦੇ ਵਿੱਚ 90 ਡਿਗਰੀ ਤੇ ਕੱਟ ਕਰਦੀਆਂ ਨੇ ਇਹ ਦੋਨੋਂ ਹੀ ਭੁਜਾਵਾਂ ਇਸ ਤ੍ਰਿਭੁਜ ਦਾ ਸਿਖਰ ਲੰਬ ਹੋਣਗੀਆਂ। ਠੀਕ ਹੈ। ਜੇਕਰ ਅਸੀਂ B ਭੁਜਾ ਤੋਂ ਸਾਹਮਣੇ ਵਾਲੀ ਭੁਜਾ ਭਾਵ AC ਦੇ ਉੱਤੇ ਲੰਬ ਖਿੱਚਣ ਦੀ ਕੋਸ਼ਿਸ਼ ਕਰਾਂਗੇ ਉਹ ਵੀ ਸਾਡੇ ਕੋਲ BC ਭੁਜਾ ਹੀ ਬਣ ਜਾਏਗੀ। ਠੀਕ ਹੈ। तो ਆਪਾਂ ਇਹ ਕਹਿ ਸਕਦੇ ਹਾਂ ਕਿ ਕਿਸੇ ਤ੍ਰਿਭੁਜ ਦੇ ਵਿੱਚ ਇਹ ਵੀ ਸੰਭਵ ਹੈ ਕਿ ਉਸ ਦੀ ਤ੍ਰਿਭੁਜ ਦੀ ਭੁਜਾ ਹੀ ਉਸ ਤ੍ਰਿਭੁਜ ਦਾ ਸਿਖਰ ਲੰਬ ਹੋਵੇ। ਠੀਕ ਹੈ। ਇਸ ਤੋਂ ਬਾਅਦ ਤੀਜੀ ਜਿਹੜੀ ਤ੍ਰਿਭੁਜ ਹੈ ਸਾਡੇ ਕੋਲ ਇਹ ਅਧਿਕ ਕੋਣੀ ਤ੍ਰਿਭੁਜ ਹੈ। ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ BCA ਜਿਹੜਾ ਹੈ ਉਹ ਕੋਣ 90 ਡਿਗਰੀ ਤੋਂ ਵੱਡਾ ਹੈ। ਇਸ ਤ੍ਰਿਭੁਜ ਦਾ ਜੇਕਰ ਹੁਣ ਅਸੀਂ ਸਿਖਰ ਲੰਬ ਖਿੱਚਣਾ ਹੋਵੇ ਭਾਵ A ਵਾਲੇ ਸਿਖਰ ਤੋਂ ਜੇ ਸਾਹਮਣੇ BC ਦੇ ਉੱਤੇ ਅਸੀਂ ਲੰਬ ਬਣਾਉਣਾ ਹੋਵੇ ਤਾਂ ਤੁਸੀਂ ਦੇਖ ਸਕਦੇ ਹੋ ਜੇਕਰ ਮੈਂ ਕੋਈ ਵੀ ਰੇਖਾ ਇਸ ਬਿੰਦੂ A ਤੋਂ BC ਦੇ ਅੰਦਰ ਖਿੱਚਾਂ ਤਾਂ ਕਿਸੇ ਵੀ ਪੁਆਇੰਟ ਦੇ ਉੱਤੇ BC ਦੇ ਨਾਲ 90 ਡਿਗਰੀ ਦਾ ਕੋਣ ਨਹੀਂ ਬਣਾਏਗੀ। ਠੀਕ ਹੈ। ਤੋ ਇਹੋ ਜਿਹੀ ਤ੍ਰਿਭੁਜ ਅਧਿਕ ਕੋਣੀ ਤ੍ਰਿਭੁਜ ਦਾ ਸਿਖਰ ਲੰਬ ਅਸੀਂ ਕਿਵੇਂ ਖਿੱਚਦੇ ਹਾਂ ਸਭ ਤੋਂ ਪਹਿਲਾਂ ਦੇਖਦੇ ਹਾਂ। ਇਹੋ ਜਿਹੀ ਤ੍ਰਿਭੁਜ ਦਾ ਸਿਖਰ ਲੰਬ ਖਿੱਚਣ ਵਾਸਤੇ ਅਸੀਂ ਪਹਿਲਾਂ BC ਤ੍ਰਿਭੁਜ ਨੂੰ ਜਿਹੜਾ ਅੱਗੇ ਐਕਸਟੈਂਡ ਕਰਦੇ ਹਾਂ ਅੱਗੇ ਵਧਾਵਾਂਗੇ। ਠੀਕ ਹੈ। ਠੀਕ ਹੈ। ਤੋ ਅਸੀਂ ਪਹਿਲਾਂ ਸਕੇਲ ਦੀ ਮਦਦ ਦੇ ਨਾਲ BC ਭੁਜਾ ਨੂੰ ਐਕਸਟੈਂਡ ਕਰਾਂਗੇ। ਠੀਕ ਹੈ। BC ਭੁਜਾ ਨੂੰ ਐਕਸਟੈਂਡ ਕਰਨ ਤੋਂ ਬਾਅਦ ਫਿਰ ਅਸੀਂ A ਸਿਖਰ ਤੋਂ ਵਧਾਈ ਹੋਈ BC ਭੁਜਾ ਦੇ ਉੱਤੇ 90 ਡਿਗਰੀ ਦਾ ਕੋਣ ਬਣਾਉਂਦਾ ਹੋਇਆ ਇੱਕ ਰੇਖਾਖੰਡ ਬਣਾਵਾਂਗੇ। ਠੀਕ ਹੈ। तो ए साडे कोल अगर बिंदु D है तो AD साडे कोल इस त्रिभुज का की बन जाता है सिखर लंब बन जाता है। ठीक है। तो ये तो साडे कोल एक नवी चीज़ जिहड़ी सानू पता लगती है कि मध्यकावां दे विच जिवें आपां कहा सी कि सारियां मध्यकावां त्रिभुज दे अंदर ही बनदियां ने हमेशा पर सिखर लंब दे केस दे विच असीं देखिया इस सिचुएशन दे विच देखिया कि सिखर लंब जिहड़ा वो त्रिभुज दे अंदर भी हो सकता है जिवें साडे कोल पहले केस दे विच है। ਇਹ ਵੀ ਹੋ ਸਕਦਾ ਹੈ ਕਿ ਕਿਸੇ ਤ੍ਰਿਭੁਜ ਦੀ ਇੱਕ ਭੁਜਾ ਹੀ ਜਿਹੜਾ ਉਸ ਤ੍ਰਿਭੁਜ ਦਾ ਸਿਖਰ ਲੰਬ ਹੋਵੇ ਔਰ ਇਹ ਵੀ ਹੋ ਸਕਦਾ ਹੈ ਕਿ ਸਿਖਰ ਲੰਬ ਜੋ ਹੈ ਉਹ ਸਾਡੇ ਕੋਲ ਤ੍ਰਿਭੁਜ ਦੇ ਅੰਦਰ ਨਾ ਬਣ ਕੇ ਤ੍ਰਿਭੁਜ ਦੇ ਬਾਹਰ ਬਣੇ। ਠੀਕ ਹੈ। तो ਅਧਿਕ ਕੋਣੀ ਤ੍ਰਿਭੁਜ ਦਾ ਜਿਹੜਾ ਸਿਖਰ ਲੰਬ ਹੈ ਉਹ ਤ੍ਰਿਭੁਜ ਦੇ ਅੰਦਰ ਨਾ ਬਣ ਕੇ ਤ੍ਰਿਭੁਜ ਤੋਂ ਬਾਹਰ ਵੀ ਬਣਦਾ ਹੈ। ਸੋ ਅਸੀਂ ਦੇਖਿਆ ਕਿ ਕਿਸੇ ਵੀ ਤ੍ਰਿਭੁਜ ਦੇ ਵਿੱਚ ਸਿਖਰ ਤੋਂ ਸਾਹਮਣੇ ਵਾਲੀ ਭੁਜਾ ਦੇ ਉੱਤੇ ਖਿੱਚਿਆ ਗਿਆ ਲੰਬ ਉਸ ਤ੍ਰਿਭੁਜ ਦਾ ਸਿਖਰ ਲੰਬ ਅਖਵਾਉਂਦਾ ਹੈ। ਠੀਕ ਹੈ। ਔਰ ਕਿਸੇ ਵੀ ਤ੍ਰਿਭੁਜ ਦੇ ਵਿੱਚ ਕਿਉਂਕਿ ਸਾਡੇ ਕੋਲ ਤਿੰਨ ਸਿਖਰ ਹੁੰਦੇ ਨੇ ਤੇ ਤਿੰਨੋਂ ਸਿਖਰਾਂ ਤੋਂ ਸਾਹਮਣੇ ਵਾਲੀਆਂ ਭੁਜਾਵਾਂ ਦੇ ਉੱਤੇ ਲੰਬ ਜਿਹੜੇ ਖਿੱਚੇ ਜਾ ਸਕਦੇ ਨੇ ਇਸ ਕਰਕੇ ਤ੍ਰਿਭੁਜ ਦੇ ਵਿੱਚ ਸਾਡੇ ਕੋਲ ਤਿੰਨ ਜਿਹੜੇ ਸਿਖਰ ਲੰਬ ਹੁੰਦੇ ਨੇ। ਠੀਕ ਹੈ। ਔਰ ਅਸੀਂ ਇਹ ਵੀ ਦੇਖਿਆ ਕਿ ਤ੍ਰਿਭੁਜ ਦਾ ਸਿਖਰ ਲੰਬ ਤ੍ਰਿਭੁਜ ਦੇ ਅੰਦਰ ਵੀ ਹੋ ਸਕਦਾ ਹੈ ਤ੍ਰਿਭੁਜ ਦੀ ਭੁਜਾ ਵੀ ਹੋ ਸਕਦਾ ਹੈ और त्रिभुज का सिखर लंब त्रिभुज के बाहर भी हो सकता है। ठीक है। सो विद्यार्थियों मैनूं पूरी उम्मीद है कि अज के लैसन तुसीं बहुत ध्यान दे नाल सुनिया होएगा ते इहदे विच जो असीं चीज़ां डिस्कस कीतियां ने त्रिभुज की मध्यिका त्रिभुज का सिखर लंब कॉन्सैप्ट तुहानूं बहुत चंगे ढंग दे नाल समझ भी आया होएगा तुसीं नोट भी कीता होएगा ते इस दी तुसीं दोहराई भी करोगे। ठीक है विद्यार्थियों। तो अज दे लई इन्ना ही फिर मिलांगे असीं अगले प्रोग्राम दे विच अगले कॉन्सैप्ट दे नाल। उदों तक सत श्री अकाल।